ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਕ ਕਰਾਂਗੇ ਕੱਲ ਦਾ ਕਿਸਾਨਾਂ ਦੇ ਬੰਦ ਦੇ ਸੱਦੇ ਦੇ ਵੱਲ। ਜੀ ਹਾਂ, 26 ਮਾਰਚ ਹੈ। ਕੱਲ ਕਿਸਾਨਾਂ ਦੇ ਵੱਲੋਂ ਪੂਰੇ ਮੁਲਕ ਦੇ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਦਾ ਇਹ ਬੰਦ ਰਹੇਗਾ। ਤੇ ਦੱਸ ਦਈਏ ਕਿ ਖਾਸ ਤੌਰ ਦੇ ਉੱਤੇ ਕਿਸਾਨਾਂ ਨੇ ਐਲਾਨ ਕੀਤਾ ਕਿ ਸ਼ਹਿਰਾਂ ਦੇ ਵਿੱਚ ਦੁੱਧ ਅਤੇ ਸਬਜ਼ੀਆਂ ਦੀ ਹਰ ਤਰ੍ਹਾਂ ਦੀ ਸਪਲਾਈ ਦੇ ਉੱਤੇ ਅੱਜ ਰਾਤ ਤੋਂ ਹੀ ਰੋਕ ਲਾ ਦਿੱਤੀ ਜਾਵੇਗੀ। ਸ਼ਹਿਰਾਂ ਦੇ ਵਿੱਚ ਦੁੱਧ ਅਤੇ ਫਲ ਸਬਜ਼ੀਆਂ ਨਹੀਂ ਪਹੁੰਚਣਗੀਆਂ। ਇਸ ਨੂੰ ਲੈ ਕੇ ਸਾਫ਼ ਕਰ ਦਿੱਤਾ ਗਿਆ। ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਕੀਤੀ ਗਈ ਹੈ। ਉਹਨਾਂ ਨੇ ਇਸ ਪੂਰੇ ਬੰਦ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਚਰਚਾ ਕੀਤੀ ਹੈ ਤੇ ਉਹਨਾਂ ਨੇ ਇਸ ਦਰਮਿਆਨ ਦੱਸਿਆ ਹੈ ਕਿ ਆਖਿਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਰੁਖ ਕਿਸਾਨ ਜਥੇਬੰਦੀਆਂ ਅਪਣਾ ਸਕਦੀਆਂ ਨੇ ਤੇ ਪੰਜਾਬ ਸਰਕਾਰ ਨੂੰ ਲੈ ਕੇ ਕਿਸ ਤਰ੍ਹਾਂ ਦਾ ਰੁਖ ਹੈ ਕਿਸਾਨਾਂ ਦਾ, ਉਹ ਵੀ ਉਹਨਾਂ ਨੇ ਸਾਫ਼ ਕੀਤਾ ਹੈ। मैं समझेगा छोटा सवाल कोई गल नहीं बोलो असी कोई नंबर नहीं देवगा उन्होंने ला के ठीक है ना गल कोई नहीं कणक नहीं मना फिर मैं टकायत वाली गल कहनी पऊ जो सारे कणक किसानों की ना खरीदी इतने पई हुई फिर कहता कि दिल्ली ट्रालियां भर लियो फिर उत्थे ले जाएंगे होर की है फिर होर तो राह ही नहीं ना रहा साडे कोले कणक साडी खरीदी नहीं उन्हें जवाब दिता ये की असी माड़ा की करता जिहड़ी इंदिरा गांधी अपना लाल बहादुर शास्त्री जिहड़े ने कहा एक दिन वर्त रखो बरतना है फिर नारा लाया नौजवान किसान जे कह दिए नौजवान नौजवान किसान का नारा लाया जे असीं निर्भरता करता हरियाणे ने तो असीं माड़ा की करता मैनूं तो दस दो ठेडे मारते हैं साडे नाज नूं इन्हां नूं भुलेखा 1 अरब 30 करोड़ की आबादी आ मेरा ख्याल है खेती का तजर्बा तो नहीं है कैप्टन नूं कि उन्होंने 7 पीढ़ियों तो राज करा राज करने का तजर्बा हो सकता मतलब खेती का मैं तो नहीं मानता भी खेती का तजर्बा होगा फिर आप पुछ लें जाके भी बाजरे का भी कितना पैंदा सरों का कितना पैंदा कणक का कितना पैंदा तो मैं ना जाऊँ तुसीं सवाल कर दो भी मतलब दस दिओ जी माड़ा जा भी कितना पैंदा मेरे हिसाब सदा का तजर्बा बंदे नूं हुंदा कोई पीढ़ी हर पीढ़ी किसान का पुत किसान ये तजर्बे तो होंदे नेगे ये मैं नहीं कहता जे उन्हें इन्नी गल कहती भी मेरे को तजर्बा गा भी खेती करन दा मैं हाथ ते हो लिया 2 बलद ना मैनूं 45 पा के दिखा दिओ हाँ नाले जिस दौरान राज भी करते रहे ने किसान तो मरदा ही रहा उस दौरान देखो अज तक असीं विचोला कोई सियासी नहीं पैण दिता कोई साध नहीं पैण दिता मैं तुहानूं कहता दिता शाम तो फेर ही पऊ ना जे सगन सिरे चढ़ूगा ब्याह सिरे चढ़ूगा वो कहता मैं रिश्ता करना नहीं दूजा कहता मैं रिश्ता लेना नहीं मल्लो मली किवें शाम पे जुग भी जुग लेंदे असीं पिछे हटना नहीं मेरी गल सुनो ना सरकार पिछे हटदी है विचोला उत्थे की कर लूगा विचोला कुछ नहीं। उधर किसान आगू सरवण सिंह पंदेर ਦੇ ਵੱਲੋਂ ਵੀ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਬੰਦ ਦੇ ਸੱਦੇ ਨੂੰ ਪੂਰੀ ਤਰ੍ਹਾਂ ਦੇ ਨਾਲ ਸਫਲ ਬਣਾਉਣ ਦੇ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਅੰਮ੍ਰਿਤਸਰ ਦੇ ਵਿੱਚ ਕਿਸ ਤਰ੍ਹਾਂ ਦਾ ਬੰਦ ਰਹਿਣ ਵਾਲਾ ਤੇ ਕਿੱਥੋਂ ਤੱਕ ਦੇ ਜਿਹੜੇ ਧਰਨੇ ਵੇਖਣ ਨੂੰ ਮਿਲ ਸਕਦੇ ਨੇ ਸਾਫ਼ ਕੀਤਾ ਇਹ ਸਰਵਣ ਸਿੰਘ ਪੰਦੇਰ ਹੁਣਾਂ ਨੇ। ਆਓ ਸੁਣਦੇ ਹਾਂ। ਸਾਡਾ ਨਾ ਕੱਲ ਦਾ ਭਾਰਤ ਬੰਦ ਆ ਉਹਨੂੰ ਸਫਲਤਾ ਕਰਨ ਵਾਸਤੇ 3-4 ਗੱਡੀਆਂ ਸਾਡੀਆਂ ਲੱਗੀਆਂ ਹੋਈਆਂ ਨੇ। ਅਸੀਂ ਸੂਰੇ ਸ਼ਹਿਰ ਦੇ ਵਿੱਚ ਰਾਉਂਡ ਕਰਕੇ ਲੋਕਾਂ ਨੂੰ ਅਵੇਅਰ ਕਰਾਂਗੇ ਵੀ ਉਹ ਕੱਲ ਭਾਰਤ ਬੰਦ ਨੂੰ ਪੂਰੀ ਤਰ੍ਹਾਂ ਸਫਲ ਕਰਨ। ਹਾਂ तो ये ਜਿਹੜਾ ਅੱਜ ਤੁਸੀਂ ਮਾਰਚ ਕੱਢ ਰਹੇ ਹੋ ਕਿੱਥੋਂ ਤੱਕ ਰਹੇਗਾ? ਮੇਰੇ ਖਿਆਲ ਅੱਡ ਬਾਜ਼ਾਰ ਆਪਾਂ ਸਾਰੇ ਨੂੰ ਵੰਡ ਕੇ ਦਾਂਗੇ। ਹਾਲ ਗੇਟ ਤੋਂ ਅਸੀਂ ਖੜੇ ਆ ਤੇ ਆਪਾਂ ਇੱਕ ਗੱਡੀ ਨੂੰ ਜਿਹੜਾ ਵਾ 3-4 ਜਿੱਦਾਂ ਛਾਟਾ ਰੋਡ ਆ ਆਪਣਾ ਕਚਹਿਰੀ ਵਾਲੀ ਰੋਡ ਆ ਇਹ ਤੋਂ ਗਾ ਮਜੀਠਾ ਰੋਡ ਆ ਸੰਗਤਪੁਰਾ ਰੋਡ ਆ ਇਹ ਤੋਂ ਗਾ ਮੇਨ ਰੋਡ ਆ 100 ਫੁੱਟੀ ਰੋਡ ਆ ਇਹ ਤੋਂ ਗਾ ਬਟਾਲੇ ਨੂੰ ਜਾਂਦੀ ਰੋਡ ਆ ਬਾਬਾ ਨੌਤਸੋ ਨੂੰ ਜਾਂ ਝਬਾਲ ਨੂੰ ਸਾਰੀਆਂ ਰੋਡਾਂ ਵਾਲੇ ਪਾਸੇ ਬਾਜ਼ਾਰਾਂ ਤੇ ਸਾਰੇ ਨੂੰ ਕਵਰ ਕਰਨ ਵਾਸਤੇ ਬੋਲ ਕੇ ਜਾਵਾਂਗੇ। ਇਸ ਇਹਦੇ ਵਿੱਚ ਪਿੰਡਾਂ 'ਚ ਵੀ ਬੰਦ ਕੀਤਾ ਜਾਏਗਾ ਜਾਂ ਇਕੱਲੇ ਸ਼ਹਿਰੀ ਬੰਦ ਕੀਤੇ ਨਹੀਂ ਬਿਲਕੁਲ ਅਸੀਂ ਪਿੰਡਾਂ 'ਚ ਵੀ ਕਿਹਾ ਦੁਕਾਨਦਾਰਾਂ ਨੂੰ ਅਰਲੀ ਮਾਰਨਿੰਗ ਸੌਦਾ ਦੇ ਦਿਓ। ਪਿੰਡਾਂ 'ਚ ਵੀ ਦੁਕਾਨਦਾਰੀ ਪੂਰੀ ਤਰ੍ਹਾਂ ਬੰਦ ਰਹੂਗੀ ਪੂਰੀ ਦਾ ਸਾਥ ਮਿਲੂਗਾ। ਪਰ ਇਦਾਂ ਦੇ ਤੁਸੀਂ ਪਹਿਲਾਂ ਵੀ ਬਹੁਤ ਸਾਰੀਆਂ ਹੜਤਾਲਾਂ ਕਰ ਚੁੱਕੇ ਹੋ ਬੰਦ ਕਰ ਚੁੱਕੇ ਹੋ ਪਰ ਕੇਂਦਰ ਸਰਕਾਰ ਆਪਣਾ ਫੈਸਲਾ ਨਹੀਂ ਬਦਲ ਰਹੀ। ਦੇਖੋ ਬਦਲਣਾ ਨਾ ਬਦਲਣਾ ਉਹਨਾਂ ਦੀ ਮਰਜ਼ੀ ਆ। ਲੋਕਤੰਤਰ ਵਿੱਚ ਆਪਣੇ ਪ੍ਰੋਗਰਾਮ ਕਰਨਾ ਇਹ ਬੰਦ ਦਾ ਸੱਦਾ ਦੇਣਾ ਲੋਕਾਂ ਨੂੰ ਨਾਲ ਲੈ ਕੇ ਵੱਡੇ ਤੋਂ ਵੱਡੇ ਇਕੱਠ ਕਰਨੇ ਸਾਡਾ ਵਾ ਔਰ ਲੋਕਾਂ ਤੋਂ ਵੱਡੀ ਸਰਕਾਰ ਨਹੀਂ ਗੇ। ਇੱਕ ਦਿਨ ਲੋਕ ਉਹਨਾਂ ਕੋਲੇ ਖੇਤੀ ਦੇ ਕਾਨੂੰਨ ਰੱਦ ਕਰਵਾਉਣਗੇ। ਕੱਲ ਜੀ 6 ਤੋਂ 6 ਤੱਕ ਜਿਹੜੀ ਆ ਉਹ ਬੰਦ ਆ। ਰੇਲ ਸੇਵਾਵਾਂ ਤੇ ਜਿਹੜੀਆਂ ਵਾ ਸੜਕੀ ਆਵਾਜਾਈ ਆ ਪੂਰਨ ਰੂਪ ਦੇ ਵਿੱਚ ਜਿਹੜੀ ਆ ਉਹ ਬੰਦ ਹੋਊਗੀ। ਤਾਂ ਮੈਡੀਕਲ ਸੇਵਾ ਕਿਸੇ ਤਰ੍ਹਾਂ ਦੀ ਛੋਟ ਦਿੱਤੀ ਗਈ ਹੈ ਜੀ? ਬਿਲਕੁਲ ਜਿਹੜੀਆਂ ਐਮਰਜੈਂਸੀ ਸੇਵਾਵਾਂ ਵਾ ਉਹਨਾਂ ਨੂੰ ਛੋਟ ਦਿੱਤੀ ਗਈ ਬਾਕੀ ਜਿਹੜਾ ਵਾ ਸਾਰਾ ਕੁਝ ਜਿਹੜਾ ਵਾ ਉਹ ਬੰਦ ਕੀਤਾ ਜਾਊਗਾ। ਉਧਰ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੇ ਘਰ ਬੀਤੇ ਦਿਨੀ ਹੋਈ ਈਡੀ ਦੀ ਰੇਡ ਤੋਂ ਬਾਅਦ ਈਡੀ ਦੇ ਵੱਲੋਂ 3 ਕਰੋੜ ਦੇ ਕਰੀਬ ਦੇ ਲਗਭਗ ਦੀ ਰਾਸ਼ੀ ਨੂੰ ਲੈ ਕੇ
ਜਿਹੜੀ ਚਿੰਤਾ ਜਤਾਈ ਗਈ ਹੈ ਤੇ ਇਸ ਰਾਸ਼ੀ ਨੂੰ ਨਾਜਾਇਜ਼ ਦੱਸਿਆ ਗਿਆ। ਇਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕੱਲਾ ਸਬੂਤ ਮੀਡੀਆ ਦੇ ਸਾਹਮਣੇ ਰੱਖਿਆ ਗਿਆ। ਅੱਜ ਸਾਡੇ ਤੇ ਇਲਜ਼ਾਮ ਲਾਇਆ ਜੀ ਇਹਨਾਂ ਨੇ, ਔਰ ਇਹ ਗੱਲ ਸੁਣ ਲਓ, ਜਿਹੜੀ ਇਲਜ਼ਾਮ ਤਰਾਸ਼ੀ ਕੀਤੀ ਹੈ ਇਹ ਕੋਈ ਪਿਛਲੇ 2-3 ਮਹੀਨਿਆਂ ਦੇ ਬਾਰੇ ਨਹੀਂ ਗੱਲ ਕਰ ਰਹੇ ਹੋ। 12 ਸਾਲ ਦਾ ਟਾਈਮ ਚੁੱਕ ਲਿਆ। 12 ਸਾਲ ਦੇ ਮੇਰੇ ਸਾਰੇ ਅਕਾਊਂਟਸ ਦੀ ਡਿਟੇਲਸ ਲੈ ਕੇ ਤੇ ਸਾਡੇ ਤੇ ਇਲਜ਼ਾਮ ਲਾਤਾ ਕਿ ਜੀ ਇਹਨਾਂ ਦੇ ਕੋਲ 3 ਕਰੋੜ 85 ਲੱਖ ਅਨਅਕਾਊਂਟਡ ਇਨਕਮ ਇਨ ਖੈਰਾਸ ਅਕਾਊਂਟਸ। ਲੁੱਕ ਐਟ ਦ ਡਰਾਮਾ। ਔਰ ਇਹ 3 ਕਰੋੜ 85 ਲੱਖ ਜਦੋਂ ਜ਼ਿਕਰ ਕਰ ਰਹੇ ਨੇ, ਉਹ ਭੁੱਲ ਗਏ ਕਿ ਐਗਰੀਕਲਚਰਿਸਟ ਵੀ ਨਹੀਂ। ਇਹਨਾਂ ਨੇ ਐਗਰੀਕਲਚਰ ਜਿਹੜੇ ਲਿਮਿਟਸ ਬਣਾਈਆਂ ਨੇ, ਬੈਂਕਾਂ ਤੋਂ ਕਰਜ਼ਾ ਚੱਕਿਆ, ਲਗਭਗ 3 ਕਰੋੜ ਦੇ ਕਰੀਬ ਮੇਰਾ ਲੋਨ ਆ, ਉਸ ਲੋਨ ਨੂੰ ਵੀ ਅਨਅਕਾਊਂਟਡ ਇਨਕਮ ਦੇ ਵਿੱਚ ਪਾਤਾ ਤੇ ਉਹਨੂੰ ਲਗਭਗ 4 ਕਰੋੜ ਰੁਪਇਆ ਬਣਾਈ ਜਾਂਦੇ। 3 ਕਰੋੜ ਰੁਪਏ ਦਾ ਕਰਜ਼ਾ, ਉਸ ਨੂੰ ਵੀ ਇਹਦੇ ਵਿੱਚ ਗਿਣ ਕੇ ਆਮਦਨ ਸ਼ੋਅ ਕਰਕੇ ਮੇਰੇ ਅਕਾਊਂਟ ਦੇ ਵਿੱਚ ਉਹਨੂੰ 3 ਕਰੋੜ 85 ਲੱਖ ਰੁਪਏ ਦੀ ਅਨਅਕਾਊਂਟਡ। ਦੂਜਾ ਇਲਜ਼ਾਮ ਮੇਰੇ ਤੇ ਲਾਇਆ ਉਹਨਾਂ ਨੇ, ਮੈਂ ਤੁਹਾਨੂੰ ਸਾਰਾ ਦੱਸਦਾ। ਦੂਸਰਾ ਇਲਜ਼ਾਮ ਲਾਉਂਦੇ ਨੇ ਜੀ ਕਿ ਇਹਨਾਂ ਨੇ 84 ਲੱਖ ਰੁਪਇਆ ਕੈਸ਼ ਟ੍ਰਾਂਸਫਰ ਕੀਤਾ 12 ਸਾਲਾਂ 'ਚ। ਜੇ 84 ਨੂੰ 12 ਨਾਲ ਤਕਸੀਮ ਕਰੀਏ ਤਾਂ 7 ਲੱਖ ਰੁਪਇਆ ਕਹਿੰਦੇ ਨੇ ਕਿ ਹਰ ਸਾਲ ਆਪਣੇ ਅਕਾਊਂਟਸ ਵਿੱਚ ਕੈਸ਼ ਜਮ੍ਹਾਂ ਕੀਤਾ। ਭੁੱਲ ਗਏ ਕਿ ਮੇਰੇ ਕੋਲ ਮੇਰੀ ਜ਼ਮੀਨ ਦੀ ਲਗਭਗ 25 ਲੱਖ ਰੁਪਇਆ ਸਾਲਾਨਾ ਜ਼ਮੀਨ ਤੋਂ ਆਮਦਨ ਹੈ। ਮੈਂ ਆਪਣੇ ਘਰ ਦੇ ਖਰਚੇ ਕਰਨ ਤੋਂ ਬਾਅਦ ਜੇ 1 ਸਾਲ ਵਿੱਚ ਉਸ 25 ਲੱਖ ਰੁਪਏ ਵਿੱਚੋਂ 7 ਲੱਖ ਰੁਪਏ ਜਮ੍ਹਾਂ ਕਰਾਤਾ, ਮੈਂ ਕਿਹੜੀ ਮਨੀ ਲਾਂਡਰਿੰਗ ਕਰਤੀ ਜੀ? ਮੈਂ ਕੀ ਗੁਨਾਹ ਕਰ ਦਿੱਤਾ? ਤੇ ਉਧਰ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਦੇ ਉੱਤੇ ਵੀ ਵਿਸ਼ੇਸ਼ ਤਰੀਕੇ ਦੇ ਨਾਲ ਗੱਲਬਾਤ ਕੀਤੀ ਗਈ ਹੈ। ਉਹਨਾਂ ਨੇ ਇਸ ਦਰਮਿਆਨ ਕਿਹਾ ਕਿ ਕਿਸਾਨੀ ਅੰਦੋਲਨ ਅਤੇ ਇਸ ਈਡੀ ਦੇ ਮਸਲੇ ਤੋਂ ਬਾਅਦ ਮੈਂ ਸੋਚਾਂਗਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਅਸੀਂ ਕਿੱਧਰ ਨੂੰ ਜਾਣਾ ਹੈ। ਇਦਾਂ ਦੀ ਖਬਰਾਂ ਤਾਂ ਪਿਛਲੇ 3 ਸਾਲ ਤੋਂ ਲੱਗੀ ਜਾਂਦੀਆਂ। ਇਟਸ ਆਲ ਮੀਡੀਆ ਸਪੈਕੂਲੇਸ਼ਨ। ਕੋਈ ਪਲਾਨ ਨਹੀਂ, ਫਿਰ ਤੁਹਾਡਾ ਅਗਲਾ ਪਲਾਨ ਕੀ ਹੋਇਆ? ਕਿਉਂਕਿ ਚੋਣਾਂ ਦਾ ਸਾਲ ਹੈ। ਪਹਿਲਾਂ ਮੈਂ ਈਡੀ ਸੰਭਾਲ ਲਵਾਂ ਤੇ ਕਿਸਾਨ ਅੰਦੋਲਨ ਨੂੰ ਥੋੜਾ ਜਿਹਾ ਦੇਖ ਲਵਾਂ ਤੇ ਫਿਰ ਤੁਹਾਨੂੰ ਦੱਸਾਂ। ਇਹਦੇ ਬਾਰੇ ਮੈਂ ਕੀ ਕਹਿ ਸਕਦਾ? ਜਾਣਦਾ ਹੀ ਤੋਂ ਪਹਿਲਾਂ ਮੈਂ ਨਹੀਂ ਤਾਂ ਰਿਲੇਟਡ ਮੈਂ ਕਿੱਦਾਂ ਕਹਿ ਸਕਦਾ? ਜਿਹਦੇ ਕੋਲ ਕਿਆਫੇ ਲਾਉਂਦੇ ਹੋਣਗੇ ਉਹ ਰਿਲੇਟ ਕਰ ਸਕਦੇ ਨੇ। ਨਹੀਂ ਤਾਂ ਵੈਸੇ ਅਪਰੋਚ ਕੀਤੀ ਕਾਂਗਰਸ ਨੇ ਵੀ ਕੀਤੀ ਨਹੀਂ, ਤੁਹਾਡੀ ਕੋਈ ਗੱਲਬਾਤ ਹੋਈ? ਨਹੀਂ, ਨਥਿੰਗ। ਉਧਰ ਭਾਜਪਾ ਆਗੂ ਤਰੁਣ ਚੁੱਗ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਚੁੱਕੇ ਗਏ ਨੇ ਅਤੇ ਨਾਲ ਹੀ ਉਹਨਾਂ ਨੇ ਇਸ ਦਰਮਿਆਨ ਕਿਸਾਨ ਆਗੂਆਂ ਦੇ ਉੱਤੇ ਵੀ ਗੰਭੀਰ ਇਲਜ਼ਾਮ ਲਾਏ ਨੇ। ਬੜੀ ਦੇਰ ਦੀ ਮੰਗ ਸੀ ਕਿਸਾਨਾਂ ਦੀ ਕਿ ਉਹਨਾਂ ਦੇ ਪੈਸੇ ਉਹਨਾਂ ਦੇ ਅਕਾਊਂਟ 'ਚ ਸਿੱਧੇ ਜਾਣੇ ਚਾਹੀਦੇ। ਇੱਕ ਪੈਨ ਬਣਾਉਣ ਵਾਲਾ ਜਿਹੜਾ ਪ੍ਰੋਡਿਊਸ ਕਰ ਰਿਹਾ ਪੈਨ, ਉਹਦੇ ਪੈਸੇ ਤੇ ਉਹਦੇ ਅਕਾਊਂਟ 'ਚ ਜਾ ਰਹੇ, ਬ੍ਰੈਡ ਵਾਲੇ ਦੇ ਉਹਦੇ ਅਕਾਊਂਟ 'ਚ ਜਾ ਰਹੇ। ਅਸੀਂ ਕਿਸਾਨਾਂ ਨਾਲ ਧੱਕਾ ਕਿਉਂ ਕਰਨਾ ਚਾਹੁੰਦੇ ਹਾਂ? ਜੇ ਉਹਨੇ ਪ੍ਰੋਡਕਸ਼ਨ ਕੀਤੀ ਹੈ ਤੇ ਕਿਸਾਨ ਦੇ ਅਕਾਊਂਟ 'ਚ ਹੀ ਉਹਦੇ ਪੈਸੇ ਜਾਣੇ ਚਾਹੀਦੇ ਨੇ। ਕਿਉਂ ਕਿਸੇ ਏਜੰਸੀ ਜਾਂ ਕਿਸੇ ਵਿਚੋਲੀਏ ਨੂੰ ਪੈਸੇ ਜਾਣ? ਔਰ ਮੈਂ ਸਮਝਦਾ ਜਿਹੜਾ ਸਟੈਂਡ ਭਾਰਤ ਦੀ ਸਰਕਾਰ ਨੇ ਲਿੱਤਾ ਬਿਲਕੁਲ ਸਹੀ ਹੈ। FCI ਨੇ ਜਿਹੜਾ ਸਟੈਂਡ ਲਿੱਤਾ ਬਿਲਕੁਲ ਸਹੀ ਹੈ। ਕਿਸਾਨ ਕਿਉਂਕਿ ਪ੍ਰੋਡਿਊਸਰ ਹੈ, ਮਿਹਨਤ ਕਰਕੇ ਖੂਨ ਪਸੀਨੇ ਨਾਲ ਉਹ ਉਪਜ ਪੈਦਾ ਕਰਦਾ ਹੈ, ਪੈਸਾ ਉਹਦੇ ਅਕਾਊਂਟ 'ਚ ਹੀ ਜਾਣਾ ਚਾਹੀਦਾ। ਪਰ ਕੈਪਟਨ ਸਾਹਿਬ ਉਹ ਚੋਲਾ ਤੇ ਉਹਨਾਂ ਨੇ ਪਾਇਆ ਹੈ ਕਿਸਾਨੀ ਹਮਦਰਦੀ ਦਾ, ਲੇਕਿਨ ਗੱਲ ਉਹ ਕਿਸਾਨਾਂ ਦੇ ਖਿਲਾਫ ਹੀ ਕਰਦੇ। ਇਹਦੇ ਨਾਲ ਗੱਲ ਕਰੀਏ, ਉਹ ਬੀਜੇਪੀ ਬਾਰੇ ਕਹਿ ਰਹੇ ਨੇ ਕਿ ਬੀਜੇਪੀ ਕੌਣ ਹੈ, ਉਹ ਨਹੀਂ ਜਾਣਦੇ। ਐਸਾ ਕਿ ਕੈਪਟਨ ਸਾਹਿਬ ਜਦੋਂ ਤੁਸੀਂ 97 'ਚ ਬੜੇ ਹੀ ਲਾਲਇਤ ਸੀ ਕਿ ਮੈਨੂੰ ਟਿਕਟ ਪਟਿਆਲਾ ਤੋਂ ਲੜਾ ਦਿਓ, ਚਾਹੇ ਉਹ ਬੀਜੇਪੀ ਦੇ ਬੈਨਰ ਤੇ ਲੜਾਓ ਤੇ ਚਾਹੇ ਅਕਾਲੀ ਦਲ ਦੇ ਬੈਨਰ ਤੇ ਲੜਾਓ। ਤੁਹਾਨੂੰ ਸੀਟ ਨਹੀਂ ਮਿਲੀ, ਤੁਸੀਂ ਅਕਾਲੀ ਦਲ ਛੱਡਤਾ, ਗੱਠਜੋੜ ਛੱਡਤਾ। ਐਸੀ ਚਾਹੇ ਨਾ ਕਿ ਉਹ ਬੀਜੇਪੀ ਕੌਣ ਹੈ, ਉਹੀ ਹੈ ਜਿਹਦੇ ਤੋਂ ਤੁਸੀਂ 97 'ਚ ਟਿਕਟ ਮੰਗਦੇ ਸੀ। ਤੇ ਕੈਪਟਨ ਸਾਹਿਬ ਹੈ ਉਹੀ ਪਾਰਟੀ ਹੈ, ਕਿਉਂਕਿ ਹੁਣ ਤੁਹਾਡੀ ਬਜ਼ੁਰਗ ਹੋ, ਸਾਡੇ 80 ਸਾਲ ਤੁਹਾਡੀ ਉਮਰ ਹੋ ਗਈ ਹੈ। ਮੈਂ ਕੁਝ ਕਹਿਣਾ ਨਹੀਂ ਚਾਹੁੰਦਾ, ਤੁਹਾਨੂੰ ਕਈ ਚੀਜ਼ਾਂ ਭੁੱਲ ਜਾਂਦੀਆਂ ਹੋਣੀਆਂ। ਬੀਜੇਪੀ ਤੁਹਾਡੇ ਰਾਜਨੀਤੀ 'ਚ ਆਉਣ ਤੋਂ ਪਹਿਲਾਂ ਦੀ ਪਾਰਟੀ ਹੈ। ਜਦੋਂ ਤੁਸੀਂ ਸਕੂਲੇ ਪੜ੍ਹਦੇ ਸੀ ਉਦੋਂ ਵੀ ਬੀਜੇਪੀ ਦੇ ਪੰਜਾਬ 'ਚ ਵਿਧਾਇਕ ਸਨ। ਐਸਾ ਕਿ ਪੇਮੈਂਟ ਡਾਇਰੈਕਟ ਹੋਏਗੀ, ਜਿਹੜਾ ਫਸਲ ਵੇਚੇਗਾ ਉਹਨੂੰ ਪੇਮੈਂਟ ਹੋਏਗੀ। ਐਸੇ 'ਚ ਮੈਨੂੰ ਨਹੀਂ ਲੱਗਦਾ ਕੋਈ ਇਹ 'ਚ ਸੰਸ਼ੇ ਹੈ। ਕਿਸਾਨ ਦੇ ਅਕਾਊਂਟ 'ਚ ਪੈਸੇ ਜਾਣੇ ਚਾਹੀਦੇ, ਜਿਹਨੇ ਪੈਦਾਵਾਰ ਪੈਦਾ ਕੀਤੀ ਹੈ, ਮਿਹਨਤ ਲਾਈ ਹੈ, ਦਿਨ ਰਾਤ ਜਾਗ ਕੇ ਫਸਲ ਪੈਦਾ ਕੀਤੀ, ਪੇਮੈਂਟ ਉਹਨੂੰ ਮਿਲਣੀ ਚਾਹੀਦੀ ਹੈ। ਉਧਰ ਸ਼੍ਰੀ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਨੂੰ ਲੈ ਕੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਵੱਲੋਂ ਇੱਕ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲਿਖਿਆ ਗਿਆ ਹੈ। ਉਹਨਾਂ ਦਾ ਇਸ ਮੌਕੇ ਦੇ ਉੱਤੇ ਅਪੀਲ ਸੀ ਕਿ ਕੋਰੀਡੋਰ ਨੂੰ ਜਲਦ ਤੋਂ ਜਲਦ ਖੁਲਵਾਇਆ ਜਾਣਾ ਚਾਹੀਦਾ ਹੈ। ਹੁਣ ਜਿਹੜੀ ਸਾਡਾ ਵਿਸਾਖੀ ਤੇ ਜਥਾ ਜਾ ਰਿਹਾ ਹੈ, ਹੁਣ ਉੱਥੇ ਸਾਡੀ ਕਿਉਂਕਿ 4 ਜਥੇ ਸਾਡੇ ਜਾਣੇ ਹੀ ਹੁੰਦੇ ਹੈ ਪਰੰਪਰਾਗਤ
ਪਹਿਲਾਂ ਹੀ ਜਾਂਦੇ ਆ ਜਿਹੜੇ ਕਿ ਦੋਵਾਂ ਦੇਸ਼ਾਂ ਦਾ ਕੰਪਰੋਮਾਈਜ਼ ਹੈ। ਹੁਣ ਜਿਹੜਾ ਇਹ ਜਥਾ ਜਾਣਾ ਹੈ, ਇਹ 10 ਦਿਨ ਵਾਸਤੇ ਉੱਥੇ ਰਹਿਣਾ। ਇਹਦਾ ਮਤਲਬ ਕਿ ਜਥਾ ਜਾ ਸਕਦਾ ਹੈ, ਦਰਸ਼ਨ ਕੀਤੇ ਜਾ ਸਕਦੇ ਗੁਰਦੁਆਰਿਆਂ ਦੇ। ਸੋ ਮੈਂ ਭਾਰਤ ਸਰਕਾਰ ਨੂੰ ਅੱਜ ਫਿਰ ਚਿੱਠੀ ਸਾਡੀ ਜਾ ਰਹੀ ਹੈ ਕਿ ਭਾਰਤ ਸਰਕਾਰ ਇਸ ਗੱਲ ਤਵੱਜੋ ਦੇਵੇ ਕਿ ਉਹ ਤੁਰੰਤ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ, ਕਿਉਂਕਿ ਯਾਤਰੂ ਸ਼ਰਧਾਲੂ ਭਾਵੇਂ ਉਹ 100 ਜਾਣ ਭਾਵੇਂ 500 ਜਾਣ, ਪੂਰਾ ਇਹਤਿਆਤ ਰੱਖ ਕੇ ਜਾਣਗੇ। ਜੋ ਇਹਨਾਂ ਦੀਆਂ ਸ਼ਰਤਾਂ ਨੇ ਹੈਲਥ ਡਿਪਾਰਟਮੈਂਟ ਵੱਲੋਂ, ਉਹ ਸ਼ਰਤਾਂ ਲਾਉਣ ਤਾਂ ਜੋ ਸਿੱਖ ਦਾ ਜਿਹੜਾ ਮਨ ਹੈ, ਸਿੱਖ ਦੀ ਸ਼ਰਧਾ ਜਿਹੜੀ ਹੈ ਉਹ ਪੂਰੀ ਹੋਣੀ ਚਾਹੀਦੀ ਹੈ। ਭਾਵੇਂ ਥੋੜ੍ਹੇ ਜਾ ਸਕਣ, ਲੇਕਿਨ ਉਹਨਾਂ ਨੂੰ ਇਹ ਰੁਕਾਵਟ ਚੁੱਕ ਦੇਣੀ ਚਾਹੀਦੀ ਹੈ। ਭਾਰਤ ਸਰਕਾਰ ਨੂੰ ਇਸ ਗੱਲ ਦਾ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਇੱਥੇ ਸ਼ੱਕ ਪੈਂਦਾ ਕਿ ਪਹਿਲਾਂ ਫਿਰ ਖੋਲ੍ਹਿਆ ਕਿਉਂ ਸੀ? ਜੇ ਅੱਜ ਬੰਦ ਹੀ ਕਰ ਦੇਣਾ ਸੀ ਪੱਕਾ, ਤੇ ਖੋਲ੍ਹਿਆ ਕਿਉਂ ਸੀ ਫਿਰ? ਜੇ ਇਹ ਸਵੇਰੇ ਜਾ ਕੇ ਸ਼ਾਮ ਨੂੰ ਯਾਤਰੀ ਵਾਪਸ ਆ ਜਾਣੇ ਹੈ, ਤੇ ਫਿਰ ਭਾਰਤ ਸਰਕਾਰ ਨੂੰ ਜਾਂ ਲੋਕਾਂ ਨੂੰ ਕਿਸ ਗੱਲ ਦੀ ਇਸ ਗੱਲ ਤੇ ਇਤਰਾਜ਼ ਹੈ? ਸੋ ਮੈਂ ਨਿਮਰਤਾ ਸਹਿਤ ਫਿਰ ਦੁਬਾਰਾ ਤੁਹਾਡੇ ਰਾਹੀਂ ਮੀਡੀਆ ਰਾਹੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਤੁਰੰਤ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਜਾਵੇ ਤਾਂ ਜੋ ਸੰਗਤਾਂ ਦੀ ਰੀਝ ਤੇ ਚਾਅ ਜਿਹੜੇ ਉਹ ਪੂਰੇ ਹੋ ਸਕਣ। ਪ੍ਰਧਾਨ ਮੰਤਰੀ ਸਾਹਿਬ ਨੂੰ ਲਿਖੀ ਕਿ ਗ੍ਰਹਿ ਮੰਤਰੀ ਸਾਹਿਬ ਨੂੰ ਲਿਖੀ? ਅਸੀਂ ਦੋਵਾਂ ਨੂੰ ਲਿਖਾਂਗੇ ਜੀ, ਪ੍ਰਧਾਨ ਮੰਤਰੀ ਜੀ ਨੂੰ ਵੀ ਤੇ ਗ੍ਰਹਿ ਮੰਤਰੀ ਜੀ ਨੂੰ। ਉਧਰ ਐਨਸੀਟੀ ਬਿੱਲ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਵਿਚਕਾਰ ਛੱਤੀ ਦਾ ਅੰਕੜਾ ਬਣਿਆ ਹੋਇਆ ਹੈ। ਭਾਜਪਾ ਦੇ ਵੱਲੋਂ ਦਿੱਲੀ ਸਰਕਾਰ ਦੀਆਂ ਤਾਕਤਾਂ ਨੂੰ ਇੱਕ ਵਾਰ ਫਿਰ ਤੋਂ ਘਟਾਉਣ ਦੇ ਲਈ ਜੋ ਬਿੱਲ ਪੇਸ਼ ਕੀਤੇ ਗਏ ਨੇ, ਇਸ ਦੇ ਉੱਤੇ ਭਾਜਪਾ ਅਤੇ ਵਿਰੋਧੀ ਧਿਰਾਂ ਦੇ ਵੱਲੋਂ ਲਗਾਤਾਰ ਚਿੰਤਾ ਜਤਾਈ ਜਾ ਰਹੀ ਹੈ। ਰਵਨੀਤ ਬਿੱਟੂ ਵੀ ਕਾਂਗਰਸ ਦੇ ਜੋ ਆਗੂ ਨੇ ਉਹ ਵੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਭੁਗਤੇ ਨੇ। ਇਸ ਦਰਮਿਆਨ ਆਮ ਆਦਮੀ ਪਾਰਟੀ ਦੇ ਹਰਿਆਣਾ ਤੋਂ ਆਗੂ ਸੁਸ਼ੀਲ ਗੁਪਤਾ ਦੇ ਵੱਲੋਂ ਵੀ ਖਾਸ ਤੌਰ ਦੇ ਉੱਤੇ ਟਿੱਪਣੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਤਾਨਾਸ਼ਾਹੀ ਤਰੀਕੇ ਦੇ ਨਾਲ ਇਸ ਤਰ੍ਹਾਂ ਦੇ ਕਾਨੂੰਨ ਪਾਸ ਕੀਤੇ जा रहे हैं। देश की लोकतंत्र की हत्या भारतीय जनता पार्टी ने संख्या के बल पे की। कल इवन भारतीय जनता पार्टी के सहयोगी दल और समूचा विपक्षी दल इस बिल के विरुद्ध था, क्योंकि एक चुनी हुई सरकार को शक्तिहीन बनाने के लिए ये बिल ला गया। दिल्ली की 2 करोड़ जनता को जो सुविधाएं मिल रही हैं उसको रोकने के लिए बिल ला गया। अरविंद केजरीवाल जी का जो दिल्ली मॉडल पूरे हिंदुस्तान के अंदर चल रहा है उसको डिस्टर्ब करने के लिए बिल आ गया। और मोदी साहब ने ये तय कर दिया कि मोदी का विकल्प केवल केजरीवाल है, क्योंकि ये उनका डर इस बिल के माध्यम से निकल कर सामने आया। जिस प्रकार दिल्ली के अंदर फ्री बिजली, फ्री पानी, फ्री शिक्षा, फ्री चिकित्सा, महिलाओं के लिए फ्री बस यात्रा, बुजुर्गों के लिए फ्री तीर्थ यात्रा, अनेकों ऐसी स्कीम अरविंद केजरीवाल जी ने चलाई और प्रॉफिट के अंदर सरकार चलाई। जनता का पैसा जनता को वापस दिया और दिल्ली को बेहतरीन शहरों के अंदर गिनती उठाकर लेकर आए। परंतु उस मॉडल से जब भारतीय जनता पार्टी डरी और जो 23 साल से लगातार दिल्ली की जनता ने बीजेपी को सत्ता में घुसने नहीं दिया, उस बीजेपी ने बैकडोर से दिल्ली की जनता पर शासन करने की सोची। और जो एक चुना हुआ मुख्यमंत्री, चुना हुआ मंत्रिमंडल, चुने हुए विधायक, उनकी शक्ति को निकालकर एक नॉमिनेटेड व्यक्ति को उपराज्यपाल को शक्ति देने का जो प्रयत्न किया है, इसके दूरगामी परिणाम इस देश के संघीय ढांचे के लिए भी खतरनाक हैं। क्योंकि जहाँ जहाँ बीजेपी हारती जाएगी वहाँ पे मुख्यमंत्री के बजाय राज्यपाल उपराज्यपाल को शक्ति देती जाएगी। ऐसा बिल की अगर ये परंपरा बन गई तो ये देश के इतिहास के अंदर काले अक्षरों के अंदर लिखा जाने वाला बिल कल इन्होंने पास किया है। मैं समझता हूँ कि इसकी संवैधानिक ज़्यादा लंबी देर पे नहीं चुक पाएगी, कहीं ना कहीं इसको बदलना पड़ेगा। परंतु अरविंद केजरीवाल जी हैं जो हर मुसीबत में से रास्ता निकालते हैं। जिस प्रकार दिल्ली की जनता के लिए सुविधाएं पहले देते रहे, वो लगातार जारी रखेंगे और इस संघर्ष को भी जारी रखेंगे। उधर हरियाणा के मुख्य मंत्री मनोहर लाल खट्टर भाजपा के कौमी प्रधान JP नड्डा के नाल मुलाकात करने के लिए पहुंचे ने, जिस दरमियान उन्होंने कहना सी कि असी ਵੱਖ-ਵੱਖ ਮਸਲਿਆਂ ਦੇ ਉੱਤੇ ਚਰਚਾਵਾਂ ਕੀਤੀਆਂ ਨੇ ਤੇ ਖਾਸ ਤੌਰ ਦੇ ਉੱਤੇ ਪ੍ਰਦੇਸ਼ ਦੇ ਵਿੱਚ ਕਿਸ ਤਰ੍ਹਾਂ ਭਾਜਪਾ ਨੂੰ ਹੋਰ ਮਜ਼ਬੂਤ ਕਰਨਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵਿਕਾਸ ਕਾਰਜ ਕਿਸ ਤਰ੍ਹਾਂ ਚੱਲਣੇ ਹੈ, ਇਸ ਦੇ ਉੱਤੇ ਗੱਲਬਾਤ ਹੋਈ है। हमारा अभी इस बार का जो बजट सेशन है बहुत ही बहुत अच्छे प्रकार से वो संपन्न हुआ है। चाहे गवर्नर एड्रेस की बात थी, वो भी 2 दिन उस पर चर्चा चली। इसके बाद नो कॉन्फिडेंस मोशन वो कांग्रेस के मित्र लेकर के आए थे। हमने उनकी शंकाओं को भी दूर किया, उनकी हर बात का जवाब दिया
और बहुत ही एक अच्छे प्रकार से उसको संपन्न किया और वो जो उनका अविश्वास प्रस्ताव था वो 55-32 से गिर गया। और उसके बाद फिर बजट का सेशन चला। बजट में भी हमने पूरा बजट जो पढ़ा उसके ऊपर भी चर्चा हुई और बजट भी तीसरे दिन पास हुआ और पूरा एक बहुत अच्छे सफलतापूर्वक अधिवेशन से हम लोग वहाँ से निकले थे। इसके बाद तो मुझे राष्ट्रीय अध्यक्ष जी से आज मिलना था, क्योंकि पूरा पिछले लगभग 1 महीने से मिलना नहीं हुआ था। पूरी जो हमारी बजट की जो कार्रवाई है वो उनको बताई है। उन्होंने कुल मिलाकर के जो 5 राज्यों में चुनाव चल रहे हैं उसमें हरियाणा के कार्यकर्ताओं को जाने के लिए आह्वान किया है और हरियाणा की बाकी परिस्थितियों पर भी चर्चा हुई, जैसे किसान आंदोलन है और कोविड का जो विषय दोबारा से चूँकि एक प्रभाव दिखाने लगा अपना, उसमें भी हमारी जो तैयारियां हैं वो सब बताई। तो ऐसी एक जिसको कहना चाहिए एक औपचारिक तौर पर ये एक बैठक हुई हमारी, सारे विषय को अवगत उनसे करा। पंजाब इस ਵੇਲੇ ਦੇ ਵਿੱਚ ਫਿਲਹਾਲ ਲਈ ਨਹੀਂ, ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।